इस चैनल को सब्सक्राइब करें और घंटा दबाना ना भूलें। संसार से मन फिराओ, यीशु को हृदय में बसा लो। संसार से मन फिराओ, यीशु को हृदय में बसा लो। आने वाला है मसीह अपने लोगों के लिए, आने वाला है मसीह अपने लोगों के लिए। देने को जीवन अनंत स्वर्ग में, देने को जीवन अनंत स्वर्ग में। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ, ਕਿਰਪਾਲੂ, ਮਿਹਰਬਾਨ, ਪ੍ਰੇਮੀ ਪਰਮੇਸ਼ਰ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ ਹੈ, ਸਰਬ ਸ਼ਕਤੀਮਾਨ, ਸਰਬ ਵਿਆਪੀ, ਸਰਵ-ਸਰਵਗਿਆ ਪਰਮੇਸ਼ਰ ਹੈ। ਤੂੰ ਆਪਣੇ ਬੱਚਿਆਂ ਨੂੰ ਕਦੇ ਛੱਡਦਾ ਨਹੀਂ, ਕਦੇ ਤਿਆਗਦਾ ਨਹੀਂ, ਹਮੇਸ਼ਾ ਉਹਨਾਂ ਨਾਲ ਵਫਾਦਾਰ ਰਹਿੰਦਾ ਹੈ ਅਤੇ ਉਹਨਾਂ ਦੇ ਉੱਤੇ ਆਪਣੀ ਭਲਾਈ ਪ੍ਰਗਟ ਕਰਦਾ ਹੈ। ਇਸ ਦੇ ਲਈ ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ ਕਰਦੇ ਹਾਂ। ਅੱਜ ਦੇ ਵਚਨ ਦੇ ਰਾਹੀਂ ਸਾਨੂੰ ਆਪਣੀ ਸਿੱਖਿਆ ਦੇ ਕੇ ਆਪ ਦੇ ਰਾਜ ਲਈ ਸੁਰੱਖਿਅਤ ਕਰ, ਤਾਂ ਕਿ ਅਸੀਂ ਤੇਰੇ ਨਾਮ ਨੂੰ ਉੱਚਾ ਕਰ ਸਕੀਏ। ਇਸ ਵਚਨ ਨੂੰ ਬੋਲਣ ਵਾਲੇ ਨੂੰ, ਸੁਣਨ ਵਾਲੇ ਨੂੰ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਇਹ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਹੁਕਮ ਹੈ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਜੋ ਵਚਨ ਦਾ ਅਸੀਂ ਭਾਗ ਲਿਆ ਹੈ ਉਹ ਲਿਆ ਹੈ ਹਿਜ਼ਕੀਏਲ ਦੀ ਪੁਸਤਕ, ਉਸ ਦਾ 18 ਅਧਿਆਇ, ਉਸ ਦੀ 31 ਅਤੇ 32 ਆਇਤਾਂ ਵਿੱਚੋਂ। ਇੱਥੇ ਲਿਖਿਆ ਹੈ, ਉਹਨਾਂ ਸਾਰੇ ਅਪਰਾਧਾਂ ਨੂੰ ਜਿਨ੍ਹਾਂ ਵਿੱਚ ਤੁਸੀਂ ਅਪਰਾਧੀ ਬਣੇ ਆਪਣੇ ਤੋਂ ਦੂਰ ਕਰੋ ਅਤੇ ਆਪਣੇ ਲਈ ਨਵਾਂ ਦਿਲ ਤੇ ਨਵੀਂ ਆਤਮਾ ਬਣਾਓ। ਹੇ ਇਸਰਾਏਲ ਦੇ ਘਰਾਣੇ, ਤੁਸੀਂ ਕਿਉਂ ਮਰੋ? ਕਿਉਂ ਜੋ ਯਹੋਵਾ ਦਾ ਵਾਕ ਹੈ, ਮੈਨੂੰ ਮਰਨ ਵਾਲੇ ਦੀ ਮੌਤ ਤੋਂ ਖੁਸ਼ੀ ਨਹੀਂ, ਇਸ ਲਈ ਮੁੜੋ ਤੇ ਜਿਉਂਦੇ ਰਹੋ। ਮੇਰਾ ਅੱਜ ਦਾ ਇਸ ਦੇ ਨਾਲ ਵਿਸ਼ਾ ਹੈ, ਤੁਸੀਂ ਕਿਉਂ ਮਰੋ। ਮੈਂ ਇੱਕ ਪਰਿਵਾਰ ਦੇ ਵਿੱਚ ਗਿਆ, ਕਾਫੀ ਸਮੇਂ ਪਹਿਲਾਂ ਦੀ ਗੱਲ ਹੈ, ਤੇ ਮੈਨੂੰ ਜਾਣਾ ਮੈਂ ਕਿਸੇ ਹੋਰ ਪਾਸੇ ਸੀ ਤੇ ਪਰਮੇਸ਼ਵਰ ਦੇ ਆਤਮਾ ਨੇ ਮੈਨੂੰ ਵਾਰ-ਵਾਰ ਇਸ ਗੱਲ ਨੂੰ ਪ੍ਰੇਰਿਆ ਕਿ ਤੂੰ ਇੱਥੇ ਨਹੀਂ, ਉਸ ਥਾਂ ਦੇ ਵਿੱਚ, ਉਸ ਪਿੰਡ ਦੇ ਵਿੱਚ ਜਾ, ਉਸ ਭਾਈ ਨੂੰ ਮਿਲ। ਮੈਂ ਆਪਣੀ ਪਤਨੀ ਦੇ ਨਾਲ ਉਸ ਪਿੰਡ ਵੱਲ ਨੂੰ ਤੁਰ ਪਿਆ ਤੇ ਉਹ ਮੈਨੂੰ ਕਹਿਣ ਲੱਗੀ, ਜਾਣਾ ਕਿੱਧਰ ਸੀ, ਤੁਸੀਂ ਤੁਰੇ ਕਿੱਧਰ ਨੂੰ? ਮੈਂ ਕਿਹਾ ਵੀ ਮੈਨੂੰ ਆਵਾਜ਼ ਇਸ ਤਰ੍ਹਾਂ ਆਉਂਦੀ ਹੈ ਤੇ ਮੈਂ ਜਾਣਾ ਉੱਥੇ। ਜਦੋਂ ਮੈਂ ਉਸ ਜਗ੍ਹਾ ਦੇ ਉੱਤੇ ਪਹੁੰਚਿਆ ਤਾਂ ਉੱਥੇ ਜਿਹੜੀ ਭੈਣ ਸੀ ਉਹ ਆਪਣੇ ਉੱਤੇ ਮਿੱਟੀ ਦਾ ਤੇਲ ਸੁੱਟ ਕੇ ਅੱਗ ਲਾ ਕੇ ਆਪਣੇ ਆਪ ਨੂੰ ਮਾਰਨ ਲੱਗੀ ਸੀ ਤੇ ਭਾਈ ਬਾਹਰ ਆਵਾਜ਼ਾਂ ਮਾਰ ਰਿਹਾ ਤੇ ਲੋਕਾਂ ਦੀ ਭੀੜ ਬੜੀ ਜੰਮੀ ਹੋਈ ਸੀ। ਔਰ ਮੈਂ ਦੇਖ ਕੇ ਇੱਕਦਮ ਸਟਨ ਹੋ ਗਿਆ ਕਿ ਇਹ ਵਿਸ਼ਵਾਸੀ ਲੋਕ ਕਰ ਕੀ ਰਹੇ ਆ, ਇਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਹਾਲਾਤ ਕਿਉਂ ਹੈ। ਔਰ ਜਦੋਂ ਮੈਂ ਉੱਥੇ ਮੈਂ ਆਵਾਜ਼ ਮਾਰੀ, ਸਾਰਿਆਂ ਨੂੰ ਪਿੱਛੇ ਕੀਤਾ, ਮੈਂ ਉਸ ਭੈਣ ਨੂੰ ਕਿਹਾ ਕਿ ਦਰਵਾਜ਼ਾ ਖੋਲ੍ਹ, ਮੈਂ ਆਇਆ, ਮੈਂ ਬੈਠ ਕੇ ਕੋਈ ਗੱਲ ਕਰਨਾ ਚਾਹੁੰਦਾ। ਉਸ ਭੈਣ ਨੇ ਉੱਦਾਂ ਹੀ ਆਪਣਾ ਦਰਵਾਜ਼ਾ ਖੋਲ੍ਹਿਆ ਤੇ ਮਿੱਟੀ ਦੇ ਤੇਲ ਨਾਲ ਉਹਦੇ ਪੂਰੇ ਕੱਪੜੇ ਭਿੱਜੇ ਪਏ, ਹੱਥ ਦੇ ਵਿੱਚ ਮਾਚਿਸ ਦੀ ਤੀਲੀ ਅਤੇ ਮਾਚਿਸ। ਮੈਂ ਉਹ ਦ੍ਰਿਸ਼ ਦੇਖ ਕੇ ਪਹਿਲਾਂ ਤਾਂ ਘਾਬਰ ਗਿਆ ਅਤੇ ਫਿਰ ਮੈਂ ਪਰਮੇਸ਼ਵਰ ਨੂੰ ਯਾਦ ਕੀਤਾ ਤੇ ਮੈਂ ਧੰਨਵਾਦ ਕੀਤਾ ਕਿ ਅੱਜ ਤੁਸੀਂ ਉਹ ਵਚਨ ਮੇਰੇ ਵਿੱਚ ਪੂਰਾ ਕੀਤਾ ਹੈ ਜੋ ਇੱਥੇ ਲਿਖਿਆ ਹੋਇਆ ਹੈ, ਏ ਇਸਰਾਏਲ ਦੇ ਘਰਾਣੇ, ਤੁਸੀਂ ਕਿਉਂ ਮਰੋ? ਮਰਨਾ ਕਿਉਂ ਹੈ? ਮਰਨ ਦੇ ਵਿੱਚ ਜੀਵਨ ਨਹੀਂ ਹੈ। ਮਰਨ ਦੇ ਵਿੱਚ ਅਸੀਂ ਪਰਮੇਸ਼ਵਰ ਦੇ ਦਿੱਤੇ ਹੋਏ ਸੌਂਗ
ਅਤੇ ਪਰਮੇਸ਼ਵਰ ਦੇ ਦਿੱਤੇ ਹੋਏ ਜੀਵਨ ਦਾ ਆਪਣੇ ਜੀਵਨ ਦੇ ਵਿੱਚ ਨਾਸ਼ ਕਰ ਰਹੇ। ਮੈਂ ਉਸ ਭੈਣ ਦੇ ਨਾਲ ਬੈਠਿਆ, ਗੱਲਾਂ ਬਾਤਾਂ ਕੀਤੀਆਂ, ਘਰੇਲੂ ਗੱਲਾਂ ਨਿਕਲੀਆਂ ਅਤੇ ਉਹਨਾਂ ਨੂੰ ਪਰਮੇਸ਼ਵਰ ਦੇ ਵਚਨ ਦੇ ਨਾਲ ਸਮਝਾਇਆ ਤੇ ਉਹਨਾਂ ਨੇ ਪਛਤਾਤਾਪ ਕੀਤਾ। ਉਸ ਸਮੇਂ ਮੇਰੇ ਜੀਵਨ ਦੇ ਵਿੱਚ ਇਹ ਘਟਨਾ ਜੋ ਘਟੀ ਤਾਂ ਮੈਂ ਇਹ ਵਚਨ ਉਹਨਾਂ ਦੇ ਸਾਹਮਣੇ ਰੱਖਿਆ, ਹੇ ਇਸਰਾਇਲ ਦੇ ਘਰਾਣੇ ਤੁਸੀਂ ਕਿਉਂ ਪਰਮੇਸ਼ਵਰ ਦੇ ਚੁਣੇ ਹੋਏ ਕਿਉਂ ਮਰਨ? ਅੱਜ ਬਹੁਤ ਸਾਰੇ ਵਿਸ਼ਵਾਸੀ ਵਿਸ਼ਵਾਸ ਦੇ ਵਿੱਚ ਹੋ ਕੇ ਆਤਮ ਹੱਤਿਆ ਦੀ ਮੌਤ ਕਰ ਰਹੇ ਆ ਔਰ ਵੇਖਦਾ ਸੁਣਦਾ ਵੀ। ਅੱਜ ਬਹੁਤ ਸਾਰੇ ਵਿਸ਼ਵਾਸੀ ਆਪਣੇ ਪਰਿਵਾਰਿਕ ਕਸ਼ਟਾਂ ਦੇ ਕਾਰਨ, ਪਰਿਵਾਰਿਕ ਦਬਾਅ ਦੇ ਕਾਰਨ ਆਪਣੇ ਆਪ ਨੂੰ ਖਤਮ ਕਰ ਰਹੇ ਆ। ਪਰਮੇਸ਼ਵਰ ਦੇ ਵਚਨ ਨੂੰ ਜਾਣਦੇ ਹੋਏ ਵੀ ਉਹ ਮੌਤ ਦੇ ਵਿੱਚ ਜਾ ਰਹੇ ਆ। ਔਰ ਇਸ ਯੁੱਗ ਦਾ ਈਸ਼ਵਰ ਇਹੋ ਚਾਹੁੰਦਾ ਹੈ ਕਿ ਅਸੀਂ ਪਰਮੇਸ਼ਵਰ ਤੋਂ ਅੱਡ ਹੋ ਜਾਈਏ। ਯਹੂਦਾ ਇਸਕਰਿਓਤੀ 3.5 ਸਾਲ ਪ੍ਰਭੂ ਦੇ ਨਾਲ ਰਿਹਾ। ਜਦੋਂ ਉਸਨੇ ਪਛਤਾਤਾਪ ਕੀਤਾ ਤਾਂ ਇਸ ਤਰ੍ਹਾਂ ਕੀਤਾ ਕਿ ਆਪਣੇ ਆਪ ਨੂੰ ਹੈਂਗਿੰਗ ਕਰ ਲਿਆ। ਇਹ ਪਛਤਾਤਾਪ ਨਹੀਂ ਹੈ, ਇਹ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖਣਾ ਨਹੀਂ ਹੈ। ਹੁਣ ਮੈਂ ਆਪ ਦੇ ਨਾਲ ਗੱਲ ਕਰਾਂਗਾ, ਮੌਤ ਆਉਂਦੀ ਕਿਉਂ ਹੈ? ਕਾਰਨ ਕੀ ਹੈ ਕਿ ਮੌਤ ਸਾਡੇ ਉੱਤੇ ਆ ਰਹੀ ਹੈ ਅਤੇ ਮੌਤ ਸਾਡੇ ਸਭਨਾਂ ਦੇ ਵਿੱਚ ਰਾਜ ਕਰ ਰਹੀ ਹੈ। ਅਗਰ ਅਸੀਂ ਆਰੰਭ ਦੇ ਵਿੱਚ ਉਤਪਤ ਦੀ ਪੁਸਤਕ ਉਸ ਦਾ 2 ਅਧਿਆਏ ਉਸ ਦੀ 16 ਅਤੇ 17 ਆਇਤ ਨੂੰ ਪੜ੍ਹੀਏ, ਜਿੱਥੇ ਪਰਮੇਸ਼ਵਰ ਨੇ ਆਪਣੇ ਬਣਾਏ ਹੋਏ ਪਹਿਲੇ ਆਦਮ ਦੇ ਉੱਤੇ ਇਹ ਨਿਯਮ ਲਾਗੂ ਕੀਤਾ ਸੀ। ਕੀ ਨਿਯਮ ਲਾਗੂ ਕੀਤਾ ਸੀ? ਤਾਂ ਯਹੋਵਾ ਪਰਮੇਸ਼ਰ ਨੇ ਆਦਮੀ ਨੂੰ ਹੁਕਮ ਦਿੱਤਾ ਕਿ ਬਾਗ ਦੇ ਹਰ ਇੱਕ ਬ੍ਰਿਕਸ਼ ਤੋਂ ਤੂੰ ਨਿਸੰਗ ਖਾਈ, ਪਰ ਭਲੇ ਬੁਰੇ ਦੀ ਸਿਆਣ ਦੇ ਬ੍ਰਿਕਸ਼ ਤੋਂ ਨਾ ਖਾਈ, ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂਗਾ ਜ਼ਰੂਰ ਮਰੇਗਾ। ਇਹਦਾ ਮਤਲਬ ਮੌਤ ਡੈਫੀਨੇਟ ਹੈ। ਇੱਥੇ ਪਰਮੇਸ਼ਵਰ ਦਾ ਇਹ ਹੁਕਮ ਦੇਣ ਦਾ ਮਤਲਬ ਕੀ ਸੀ ਆਦਮ ਨੂੰ? ਇਸ ਦਾ ਮਤਲਬ ਪਰਮੇਸ਼ਵਰ ਚਾਹੁੰਦਾ ਸੀ ਕਿ ਆਦਮ ਹਮੇਸ਼ਾ ਮੇਰੀ ਸੰਗਤ ਵਿੱਚ ਰਹੇ। ਜੋ ਹੁਕਮ ਮੈਂ ਦਿੱਤਾ ਮੇਰੇ ਨਾਲ ਉਸ ਵਿੱਚ ਬਣਿਆ ਰਹੇ, ਭਾਵ ਵਿਦਰੋਹ ਨਾ ਕਰੇ, ਆਪਣੀ ਮਰਜ਼ੀ ਨਾ ਕਰੇ, ਸੱਚਾਈ ਦੇ ਵਿੱਚ ਚੱਲੇ ਅਤੇ ਪਰਮੇਸ਼ਵਰ ਦੀ ਸੰਗਤ ਦੇ ਨਾਲ ਹਮੇਸ਼ਾ ਹਮੇਸ਼ਾ ਜ਼ਿੰਦਾ ਹੈ। ਪਰ ਪਰਮੇਸ਼ਵਰ ਦੇ ਨਾਲ ਨਾ ਚੱਲਣਾ, ਸੰਸਾਰ ਦੇ ਨਾਲ ਚੱਲਣਾ ਮੌਤ ਨੂੰ ਪ੍ਰਗਟ ਕਰਦਾ ਹੈ। ਪਰਮੇਸ਼ਵਰ ਦੇ ਨਾਲ ਨਾ ਚੱਲਣਾ, ਸੰਸਾਰ ਦੇ ਨਾਲ ਚੱਲਣਾ ਮੌਤ ਨੂੰ ਪ੍ਰਗਟ ਕਰਦਾ ਹੈ। ਆਦਮ ਨੇ ਬਾਗੇ ਅਦਨ ਦੇ ਵਿੱਚ ਜਦੋਂ ਅਸੀਂ 3 ਅਧਿਆਏ ਉਸ ਦੀ 5 ਆਇਤ ਪੜ੍ਹਦੇ ਹਾਂ ਉਤਪਤ ਦੇ ਵਿੱਚ, ਸਗੋਂ ਪਰਮੇਸ਼ਰ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਅਤੇ ਤੁਸੀਂ ਪਰਮੇਸ਼ਰ ਵਾਂਗ ਭਲੇ ਬੁਰੇ ਦੀ ਸਿਆਣ ਵਾਲੇ ਹੋ ਜਾਓਗੇ, ਤੁਸੀਂ ਨਾ ਮਰੋਗੇ। ਇਹ ਸੰਸਾਰ ਦਾ ਹਰ ਇੱਕ ਦੇ ਨਾਲ ਉਹਨਾਂ ਨੂੰ ਭਟਕਾਉਣ ਦਾ ਇੱਕ ਰਸਤਾ ਹੈ। ਤੁਸੀਂ ਚੋਰੀ ਕਰ ਲਓ, ਤੁਸੀਂ ਠੱਗੀ ਕਰ ਲਓ, ਤੁਸੀਂ ਬੁਰਾਈ ਕਰ ਲਓ, ਕੋਈ ਦੇਖਦਾ ਨਹੀਂ ਹੈ, ਤੁਸੀਂ ਨਾ ਮਰੋਗੇ। ਅੱਜ ਵੀ ਇਸ ਯੁੱਗ ਦਾ ਈਸ਼ਵਰ ਇਹੀ ਕੰਨਾਂ ਦੇ ਵਿੱਚ ਆਵਾਜ਼ਾਂ ਪਾ ਕੇ ਵਿਸ਼ਵਾਸ ਸੰਗਤ ਨੂੰ, ਵਿਸ਼ਵਾਸੀਆਂ ਨੂੰ ਨਾਸ਼ ਕਰ ਰਿਹਾ ਹੈ। ਇਸਰਾਇਲ ਪਰਮੇਸ਼ਰ ਦੀ ਚੁਣੀ ਹੋਈ ਕੌਮ ਸੀ, ਪਰਮੇਸ਼ਰ ਦੇ ਨਿਯਮ ਉਹਨਾਂ ਦੇ ਕੋਲ ਸੀ ਜਿਉਣ ਦੇ ਲਈ, ਪਰ ਫਿਰ ਵੀ ਉਹ ਸੁਣਦੇ ਹੋਏ ਵੀ ਪਰਮੇਸ਼ਰ ਦੇ ਵਿਰੋਧ ਵਿੱਚ ਪਾਪ ਕਰ ਰਹੇ ਸੀ। ਕਿਉਂ? ਕਿਉਂਕਿ ਉਹ ਸੰਸਾਰ ਦੀ ਸੁਣ ਰਹੇ ਸੀ ਅਤੇ ਸੰਸਾਰ ਦੇ ਨਾਲ ਚੱਲ ਰਹੇ ਸੀ। ਇਹ ਸੰਸਾਰ ਸਾਨੂੰ ਜੀਵਨ ਨਹੀਂ ਦੇ ਸਕਦਾ, ਇਹ ਸੰਸਾਰ ਸਾਨੂੰ ਖੁਸ਼ੀਆਂ ਨਹੀਂ ਦੇ ਸਕਦਾ, ਇਹ ਸੰਸਾਰ ਸਾਨੂੰ ਸਾਡੇ ਜੀਵਨ ਦੇ ਅੰਤःਕਰਨ ਦੇ ਵਿੱਚ ਤਸੱਲੀ ਨਹੀਂ ਦੇ ਸਕਦਾ। ਇਹ ਸਿਰਫ व ਸਿਰਫ ਮੌਤ ਦੇ ਸਕਦਾ ਹੈ। ਕਿਉਂ? ਕਿਉਂਕਿ ਇਸ ਦੇ ਉੱਤੇ ਵੀ ਮੈਂ ਆਪ ਦਾ ਧਿਆਨ ਲੈ ਕੇ ਆਵਾਂਗਾ।
ਜਦੋਂ ਅਸੀਂ ਰੋਮੀਆਂ ਦੀ ਪੁਸਤਕ 5 ਅਧਿਆਇ ਉਸ ਦੀ 12 ਆਇਤ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਲਿਖਿਆ ਹੈ, ਇੱਕ ਮਨੁੱਖ ਤੋਂ ਮੌਤ ਆਈ ਅਤੇ ਮੌਤ ਸਭਨਾ ਮਨੁੱਖਾਂ ਵਿੱਚ ਫੈਲ ਗਈ ਅਤੇ ਉਸ ਨੇ ਸਭ ਮਨੁੱਖਾਂ ਦੇ ਵਿੱਚ ਪਾਪ ਦੇ ਰਾਹੀਂ ਰਾਜ ਕੀਤਾ। ਇਸੇ ਕਰਕੇ ਤਾਂ ਦਾਊਦ ਜਦੋਂ ਜ਼ਬੂਰ 51 ਪੜ੍ਹਦੇ ਹਾਂ ਔਰ 51 ਦੇ 5 ਵਿੱਚ ਅਸੀਂ ਜਾਣੇ ਹਾਂ, ਤਦ ਉੱਥੇ ਦਾਊਦ ਬਾਦਸ਼ਾਹ ਆਪਣੀ ਸੱਚਾਈ ਨੂੰ ਮੇਰੇ ਅਤੇ ਆਪ ਦੇ ਵਿੱਚ ਇਸ ਤਰ੍ਹਾਂ ਪ੍ਰਗਟ ਕਰਦਾ ਹੈ। ਕਹਿੰਦਾ ਹੈ, ਵੇਖੋ ਮੈਂ ਬਦੀ ਵਿੱਚ ਜੰਮਿਆ ਅਤੇ ਪਾਪ ਵਿੱਚ ਮੇਰੀ ਮਾਤਾ ਨੇ ਮੈਨੂੰ ਕੁੱਖ ਵਿੱਚ ਲਿਆ। ਇਹਦਾ ਮਤਲਬ ਮੌਤ ਦੇ ਨਾਲ ਮੇਰਾ ਜਨਮ ਹੋਇਆ। ਜੀਵਨ ਨਹੀਂ ਸੀ ਮੇਰੇ ਵਿੱਚ, ਮੈਂ ਮੌਤ ਨੂੰ ਲੈ ਕੇ ਪੈਦਾ ਹੋਇਆ। ਔਰ ਉਸ ਤੋਂ ਉਪਰੰਤ ਪਰਮੇਸ਼ਵਰ ਨੇ ਮੇਰੇ ਜੀਵਨ ਦੇ ਵਿੱਚ ਪ੍ਰਗਟ ਕੀਤਾ ਕਿ ਜੋ ਪਾਪ ਕਰਦਾ ਹੈ ਉਹ ਕਿਸ ਤੋਂ ਹੈ। ਜਦੋਂ ਅਸੀਂ ਪਹਿਲਾ ਯਹੋਨਾ ਉਸ ਦੀ 3 ਅਧਿਆਏ ਉਸ ਦੀ 8 ਵਚਨ ਨੂੰ ਪੜ੍ਹਦੇ ਹਾਂ ਤਾਂ ਉਸ ਵਿੱਚ ਯਹੋਨਾ ਇਸ ਤਰ੍ਹਾਂ ਆਖਦਾ ਹੈ, ਜਿਹੜਾ ਪਾਪ ਕਰਦਾ ਹੈ ਉਹ ਸ਼ੈਤਾਨ ਤੋਂ ਹੈ, ਕਿਉਂ ਜੋ ਸ਼ੈਤਾਨ ਮੁੱਢੋਂ ਹੀ ਪਾਪ ਕਰਦਾ ਆਇਆ ਹੈ। ਪਰਮੇਸ਼ਰ ਦਾ ਪੁੱਤਰ ਇਸ ਲਈ ਪ੍ਰਗਟ ਹੋਇਆ ਕਿ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰੇ। ਇਹਦਾ ਮਤਲਬ ਜਿਹੜਾ ਪਾਪ ਕਰਦਾ ਸ਼ੈਤਾਨ ਤੋਂ ਹੈ, ਉਹ ਸੰਸਾਰ ਤੋਂ ਹੈ, ਉਹ ਪਰਮੇਸ਼ਰ ਤੋਂ ਨਹੀਂ ਹੈ। ਪਾਪਾਂ ਦੇ ਕੰਮਾਂ ਦੇ ਅਨੁਸਾਰ ਉਹ ਸਾਨੂੰ ਨਸ਼ਟ ਕਰਦਾ ਹੈ ਔਰ ਉਹ ਸਾਡੇ ਵਿੱਚ ਪ੍ਰੀਖਿਆ ਅਜਿਹੀ ਪਾਉਂਦਾ ਹੈ ਕਿ ਜਿਸ ਦੇ ਵਿੱਚ ਅਸੀਂ ਫਸ ਜਾਂਦੇ ਹਾਂ। ਆਦਮ ਅਤੇ ਹਵਾ ਨੂੰ ਵੀ ਇਹ ਟੈਂਪਟੇਸ਼ਨ ਆਈ ਹੈ, ਸੰਸਾਰਿਕ ਪ੍ਰੀਖਿਆ ਦੇ ਵਿੱਚ ਉਹਨੇ ਫਸਾਇਆ ਹੈ ਅਤੇ ਉਹ ਫਸ ਗਏ। ਉਸ ਦੇ ਫਸੇ ਹੋਏ ਪ੍ਰੀਖਿਆ ਦੇ ਨਾਲ ਅੱਜ ਅਸੀਂ ਸਭ ਉਸੇ ਪ੍ਰੀਖਿਆ ਦੇ ਵਿੱਚ ਹੋ ਕੇ ਗੁਜ਼ਰ ਰਹੇ। ਆਪਸੀਆਂ ਦੀ ਪੁਸਤਕ ਜਦੋਂ ਅਸੀਂ ਉਸ ਦਾ 2 ਅਧਿਆਏ 1 ਆਇਤ ਦੇ ਵਿੱਚ ਪੜ੍ਹਦੇ ਹਾਂ ਤਾਂ ਉਸ ਜਗ੍ਹਾ ਦੇ ਉੱਤੇ ਵੀ ਪਰਮੇਸ਼ਵਰ ਦਾ ਦਾਸ ਸਾਨੂੰ ਦੱਸਦਾ ਹੈ ਕਿ ਅਸੀਂ ਕਿਵੇਂ ਪਾਪ ਦੇ ਵਿੱਚ ਹਾਂ। ਕਹਿੰਦਾ, ਉਹਨੇ ਤੁਹਾਨੂੰ ਵੀ ਜਾਂ ਤੁਸੀਂ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਮੁਰਦੇ ਸੌ। ਇਹਦਾ ਮਤਲਬ ਅਸੀਂ ਮੁਰਦੇ ਸੀ। ਔਰ 4 ਦਾ 8 ਦੇ ਵਿੱਚ ਉਹ ਇਸ ਤਰ੍ਹਾਂ ਕਹਿੰਦਾ ਹੈ, ਇਸ ਲਈ ਉਹ ਆਖਦਾ ਹੈ, ਜਾਂ ਉਹ ਉਤਾਂਹ ਨੂੰ ਚੜਿਆ ਤਾਂ ਉਸ ਨੇ ਬੰਧਨ ਨੂੰ ਬੰਨ ਲਿਆ ਅਤੇ ਮਨੁੱਖਾਂ ਨੂੰ ਦਾਨ ਦਿੱਤੇ। 4 ਦਾ 18 ਮੈਂ ਗਲਤ ਪੜ੍ਹ ਦਿੱਤਾ ਹੈ। ਇੱਥੇ ਲਿਖਿਆ ਹੈ, ਉਹਨਾਂ ਦੀ ਬੁੱਧ ਹਨੇਰੀ ਹੋਈ ਅਤੇ ਉਹ ਅਗਿਆਨਤਾ ਦੇ ਕਾਰਨ ਉਹਨਾਂ ਵਿੱਚ ਹੈ ਅਤੇ ਉਹਨਾਂ ਦੇ ਮਨ ਦੀ ਕਠੋਰਤਾ ਦੇ ਕਾਰਨ ਉਹ ਪਰਮੇਸ਼ਰ ਦੇ ਜੀਵਨ ਤੋਂ ਅੱਡ ਹੋ ਗਏ। ਪਿਆਰੋ, ਇਹ ਮੌਤ ਮੇਰੇ ਜੀਵਨ 'ਚ ਕਿਉਂ ਆਉਂਦੀ ਹੈ? ਕਿਉਂਕਿ ਮੈਂ ਪਰਮੇਸ਼ਰ ਦੀ ਆਗਿਆਕਾਰੀਤਾ ਤੋਂ ਅਨਆਗਿਆਕਾਰੀਤਾ ਦੀ ਸੰਤਾਨ ਬਣ ਗਿਆ। ਮੈਂ ਪਰਮੇਸ਼ਰ ਦੀ ਆਵਾਜ਼ ਨੂੰ ਨਹੀਂ ਸੁਣਿਆ, ਮੈਂ ਪਰਮੇਸ਼ਰ ਦੇ ਦਿੱਤੇ ਹੋਏ ਹੁਕਮ ਦੇ ਉੱਤੇ ਸਥਿਰ ਨਹੀਂ ਹੋਇਆ। ਜਦੋਂ ਮੈਂ ਪਰਮੇਸ਼ਰ ਦੇ ਹੁਕਮ ਨੂੰ ਤੋੜ ਦਿੱਤਾ ਤਾਂ ਮੈਂ ਉਹਦਾ ਵਿਦਰੋਹ ਕੀਤਾ ਤਾਂ ਮੇਰੇ ਵਿੱਚ ਮੌਤ ਆ ਗਈ। ਇਹ ਮੌਤ ਸਭਨਾਂ ਵਿੱਚ ਫੈਲ ਗਈ। ਹੁਣ ਉਹ ਪਰਮੇਸ਼ਰ ਕਹਿੰਦਾ ਹੈ ਕਿ ਤੁਸੀਂ ਮੌਤ ਦੇ ਅਧੀਨ ਨਾ ਰਹੋ, ਤੁਸੀਂ ਜੀਵਨ ਦੇ ਵਿੱਚ ਆਓ। ਕਿਉਂ? 32 ਆਇਤ ਦੇ ਵਿੱਚ ਲਿਖਿਆ 18 ਦੀ ਹਿਜ਼ਕੀਏਲ ਦੀ, ਕਿਉਂਕਿ ਪ੍ਰਭੂ ਯਹੋਵਾ ਦਾ ਵਾਕ ਹੈ, ਮੈਨੂੰ ਮਰਨ ਵਾਲੇ ਦੀ ਮੌਤ ਤੋਂ ਖੁਸ਼ੀ ਨਹੀਂ, ਇਸ ਲਈ ਮੁੜੋ ਤੇ ਜਿਉਂਦੇ ਰਹੋ। ਹੁਣ ਇੱਥੇ ਪਰਮੇਸ਼ਰ ਜਾਣ ਚੁੱਕਾ ਹੈ ਕਿ ਸਭ ਮਨੁੱਖ ਮੌਤ ਦੇ ਵਿੱਚ ਜਾ ਰਹੇ ਹੈ, ਪਰ ਉਸ ਨੇ ਮੇਰੇ ਅਤੇ ਆਪ ਦੇ ਜੀਵਨ ਨੂੰ ਬਚਾਉਣ ਦੇ ਲਈ ਉਸ ਨੇ ਉਪਰਾਲਾ ਕੀਤਾ। ਕੀ ਉਪਰਾਲਾ ਕੀਤਾ ਹੈ? ਇਸ ਗੱਲ ਨੂੰ ਅਸੀਂ ਜਦੋਂ ਪਰਮੇਸ਼ਰ ਦੇ ਵਚਨ ਦੇ ਵਿੱਚ ਪੜ੍ਹਦੇ ਹਾਂ, ਰੋਮੀਆਂ ਦੀ ਪੁਸਤਕ ਉਸ ਦਾ 5 ਅਧਿਆਇ ਉਸ ਦੀ 17 ਆਇਤ ਦੇ ਵਿੱਚ ਇਸ ਗੱਲ ਦਾ ਪਰਮੇਸ਼ਰ ਨੇ ਮੇਰੇ ਲਈ ਖੁਲਾਸਾ ਕੀਤਾ। ਜਦੋਂ ਇੱਕ ਤੇ ਅਪਰਾਧ ਦੇ ਕਾਰਨ ਉਸ ਇੱਕ ਦੇ ਰਾਹੀਂ ਮੌਤ ਨੇ ਰਾਜ ਕੀਤਾ ਤਾਂ ਬਹੁਤ ਵਧੇਕ ਉਹ ਲੋਕ ਜਿਨ੍ਹਾਂ ਨੂੰ ਕਿਰਪਾ ਤੇ ਧਰਮ ਦੀ ਬਖਸ਼ਿਸ਼ ਵਾਫਰ ਮਿਲੀ, ਉਸ ਇੱਕ ਅਰਥਾਤ ਯਿਸੂ ਮਸੀਹ ਦੇ ਰਾਹੀਂ ਜੀਵਨ ਵਿੱਚ ਰਾਜ ਕਰ ਰਹੇ। ਇਹਦਾ ਮਤਲਬ ਇੱਕ ਤੋਂ ਮੌਤ ਆਈ ਹੈ ਤਾਂ ਇੱਕ ਤੋਂ ਜੀਵਨ ਵੀ ਪਰਮੇਸ਼ਰ ਨੇ ਦਿੱਤਾ ਹੈ। ਪਹਿਲੇ ਆਦਮ ਤੋਂ ਮੌਤ ਆਈ ਹੈ ਅਤੇ ਛਿੱਕੜੇ ਆਦਮ
प्रभु यसु मसीह जो परमेश्वर दी राही मेरे जीवन नूं अते सर्वत मनुख जाति दे जीवन नूं बचाउण दे लई घल्लिया गया कि वो साडे सारियां दे पापां दा प्रायश्चित कालवरी क्रूस दे उत्ते हो मेरे अते सर्वत मनुख जाति दे पापां दा प्रायश्चित वो कालवरी क्रूस के उत्ते होया क्योंकि परमेश्वर ने उसके पाप नूं उसके जीवन नूं जो मेरे पापां दे लई बलिदान होया जो पाप मैं कीते जिन्हां पापां दा सजा दा हुक्म मेरे उत्ते आना सी उसने अपने उत्ते ले लिया। वो स्वर्ग दी सारी बादशाहत नूं छड्ड के जिथे चार प्राणी उसकी उपासना करते सी ये कहंदे नहीं थकदे सी पवित्र 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 सेना दा यहोवा पवित्र है। ओ परमेश्वर उस पवित्र सिंहासन नूं छड्ड के मैनू बचाउण दे लई एक मेमने दी मानद कालवरी क्रूस दे उत्ते मेरे लई बलिदान होया। वो मेरे लिए कालवरी क्रूस के उत्ते मारिया गया दफन किया गया अते तीसरे दिहाड़े जी उठिया जिस दे बारे दूसरा क्रांतियां दे विच उसका 5:21 दे विच परमेश्वर पुत्र छेकड़ले आदम दे बारे इस तरह लिखा होया है कि ओने उसनूं जिहड़ा पाप दा जाणू नहीं सी अर्थात प्रभु यसु मसीह साडी खातर पाप ठहराया उन्होंने पाप ठहराया तां जो असी उस दे विच होके परमेश्वर दी धार्मिकता बन जाए। तुसी क्यों मरो क्योंकि परमेश्वर ने मेरे अते आप दे लई उपराला कर दिता है इस मौत तो बचण दे लई। इसलिए फिलिपियां दी पुस्तक जदों 3 अध्याय उसकी 8 ते 9 आयत नूं पढ़दे हाँ तां उस विच परमेश्वर पुत्र मेरे जीवन दे लई बचाव की गल किस तरह प्रगट करता है। कहता सगों मसीह यसू अपने प्रभु दे ज्ञान की उत्तमताई दे कारण सारियां गल्लां नूं जो मैं हानि दियां समझदा हन अते ओदी खातर मैं इन्हां सबना गल्लां दी हानि झल्ली अते उन्हां नूं कूड़ा समझदा हाँ कि मसीह नूं खट लवां अते मैं उस विच पाया जावां अते मेरे अपने धर्म सहित नहीं जिहड़ा शरा तो हुंदा है सगों उस धार्मिकता सहित जिहड़ा मसीह उत्ते नेचा करन तो पाईदा अर्थात उस धार्मिकता सहित जिहड़ा परमेश्वर दी वल्लों नेचा दे राही प्राप्त हुंदा है नेचा दे राही प्राप्त हुंदा है। इसे गल नूं परमेश्वर ने मेरे जीवन दे विच नेचा दे राही जो प्रगट हुंदा है उसनूं इस तरह जदों असीं अपराधां दे कारण मुरदे ही सां तदों सानूं मसीह ने जिवालिया किरपा तो तुसीं बचाए गए। मेरे प्यारे असीं इस मौत तो बचाउण दे लई परमेश्वर पुत्र प्रभु यसु मसीह दे विच साडे उत्ते किरपा होई। असीं परमेश्वर दे योग्यता नहीं सी पर परमेश्वर पुत्र ने अपनी जान कालवरी क्रूस के उत्ते दे के मेरे बदले मैनू मुल खरीद के परमेश्वर की भक्ति दे योग बना दिता। कितना अद्भुत परमेश्वर है जिसने मैनू ये आख्या तुसी क्यों मरो मैं तुहाडे लई अपना जीवन दे दिता है हुण मेरे बदले मैं अपने प्यारे पुत्र नूं कालवरी क्रूस के उत्ते ढा दिता है। सिर्फ उस उत्ते नेचा करो अते मौत तो बच के उस जीवन नूं प्राप्त करो जो परमेश्वर ने अपने पुत्र दे राही दिता। कहंदा है जेड़ा मेरे पुत्र उत्ते नेचा करदा है वो सदीपक जिउण नूं प्राप्त करदा है पाप सदा दे जीवन नूं प्राप्त करदा उसके उत्ते मौत दा हुक्म नहीं। इसलिए रोमिया 5:8 दे विच परमेश्वर पुत्र ने साफ रीति नाल अपने दास पौलुस के राही रेखांकित किया जिन्ने मसीह यसू विच हन उन्हां दे उत्ते सजा दा हुक्म नहीं क्योंकि वो सजा उसने मेरे बदले अपने उत्ते ले ली। मेरे प्यारे असीस भाई ते भैण आप दे अगे अज परमेश्वर दा यही इक्को लेख सी तुसी क्यों मरीए असी क्योंकि साडे पापां दे लई जिस तो असी बच नहीं सी सकदे उस दे लई परमेश्वर ने मेरे लिए एक बहुत अनोखा ते शानदार कार्य कालवरी क्रूस के उत्ते करके मैनू जीवन दिता है। हुण मैं जे विश्वास करदा हाँ तां हुण मेरे उत्ते मौत दा हुक्म नहीं
ਪਰਮੇਸ਼ਵਰ ਦਾ ਜੀਵਨ ਉਸ ਦੇ ਪੁੱਤਰ ਦੇ ਵਿੱਚ ਸਦਾ ਦੇ ਲਈ ਮੇਰੇ ਵਿੱਚ ਪ੍ਰਗਟ ਹੋ ਜਾਂਦਾ ਹੈ ਅਤੇ ਮੈਂ ਉਸ ਜੀਵਨ ਦੇ ਨਾਲ ਉਸ ਸਵਰਗੀ ਜਿਉਣ ਦੀ ਆਸ ਵੱਲ ਵਧਦਾ ਹਾਂ ਜਿਸ ਦਾ ਵਾਅਦਾ ਪਰਮੇਸ਼ਵਰ ਪੁੱਤਰ ਨੇ ਮੇਰੇ ਨਾਲ ਕੀਤਾ। ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ ਹੋ। ਮੇਰੇ ਪਿਆਰੇ ਅਸੀਸ, ਅਸੀਂ ਮੌਤ ਵੱਲ ਨਹੀਂ ਜਾਣਾ ਹੈ, ਜੀਵਨ ਵੱਲ ਜਾਣਾ ਹੈ। ਫੈਸਲਾ ਕਰਨਾ ਹੈ ਕਿ ਮੈਂ ਮੌਤ ਵਿੱਚ ਜਾਣਾ ਹੈ ਜਾਂ ਜੀਵਨ ਵਿੱਚ ਜਾਣਾ ਹੈ। ਪਰਮੇਸ਼ਵਰ ਨੇ ਜੀਵਨ ਆਪ ਨੂੰ ਦੇ ਦਿੱਤਾ ਹੈ, ਮੌਤ ਵੱਲ ਮੈਂ ਕਿਉਂ ਜਾਵਾਂ, ਮੈਂ ਕਿਉਂ ਮਾਰਾਂ। ਮੇਰੇ ਲਈ ਜੀਵਨ ਪਰਮੇਸ਼ਵਰ ਨੇ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਵਿੱਚ ਦੇ ਦਿੱਤਾ ਹੈ। ਮੈਂ ਉਸ ਵਿੱਚ ਵਿਸ਼ਵਾਸ ਕਰਾਂ। ਪ੍ਰਭੂ ਮੈਨੂੰ ਵਿਸ਼ਵਾਸ ਦੇ ਨਾਲ ਉਸ ਦੇ ਵਿੱਚ ਜੀਵਨ ਜੀਣ ਦੇ ਲਈ ਮਦਦ ਕਰੇ। ਸਾਰਿਆਂ ਨੂੰ ਜੈ ਮਸੀਹ ਦੀ। ਮਹਾਰਾਜ।